TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਵੱਡੀ ਸਾਜ਼ਿਸ਼ ਨਾਕਾਮ, ਆਟੋ ਵਿੱਚੋਂ ਮਿਲੇ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਬੰਬ। ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਐਕਸ਼ਨ, 150 ਤੋਂ ਵੱਧ ਸਿਆਸੀ, ਸਮਾਜਿਕ ਤੇ ਧਾਰਮਿਕ ਆਗੂ ਦੀ ਸੁਰੱਖਿਆ ਘੇਰੇ ਤੇ ਫਿਰਤੀ ਕੈਂਚੀ। जुगाड़ू रेहड़ियां वाले फैसले ते नाराज़गी बाद सरकार ने बदलिया फैसला। बेरोज़गार नौजवानों लई खुशखबरी, पावरकॉम विच कड्ढीਆਂ नौकरियां। सिद्धू ने फसाते चन्नी, साबका मुख मंत्री ते गिरफ्तारी दी लटकी तलवार। ਨੂਰਪੁਰ बेदी च कुआरी लड़की ਵੱਲੋਂ ਬੱਚੇ ਨੂੰ ਜਨਮ ਦੇਣ ਦੇ ਮਾਮਲੇ 'ਚ ਨਵਾਂ ਮੋੜ ਅਤੇ ਵਿੱਕੀ ਮਿੱਡੂ ਖੇੜਾ ਦੇ ਕਤਲ ਵਿੱਚ ਖੁੱਲੀਆਂ ਨਵੀਆਂ ਪਰਤਾਂ। ਦੋਸਤੋ, ਇਹ ਕੁਝ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਕੀਤੀਆਂ ਜਾਣਗੀਆਂ। ਇਹਦੇ ਤੋਂ ਪਹਿਲਾਂ ਕਿ ਇਹਨਾਂ ਨੂੰ ਸ਼ਾਮਲ ਕਰਾਂ, ਤੁਹਾਨੂੰ ਕੁਝ ਕੁ ਬੇਨਤੀਆਂ ਨੇ। ਇੱਕ ਤਾਂ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਆਪਣਾ ਫੇਸਬੁੱਕ ਪੇਜ TVN ਕੈਨੇਡਾ ਅਤੇ ਨਾਲ ਹੀ ਜੇਕਰ ਇਹ ਪ੍ਰੋਗਰਾਮ ਤੁਸੀਂ ਵੇਖ ਰਹੇ ਹੋ, ਵੇਖਣ ਸੁਣਨ ਤੋਂ ਬਾਅਦ ਜੇਕਰ ਚੰਗਾ ਲੱਗਿਆ, ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰੀਏ। ਸਭ ਤੋਂ ਪਹਿਲਾਂ ਕੋਲਕਾਤੇ ਵਾਲੇ ਪਾਸੇ ਲੈ ਕੇ ਚੱਲਦਾ ਹਾਂ। ਕੋਲਕਾਤਾ ਦੇ ਹਰੀਦੇਵਪੁਰ ਦੇ ਵਿੱਚੋਂ ਇੱਕ ਵੱਡੀ ਸਾਜ਼ਿਸ਼ ਨਾਕਾਮ ਕਰ ਦਿੱਤੀ ਹੈ। ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉੱਥੇ ਇੱਕ ਲਾਵਾਰਸ ਆਟੋ ਰਿਕਸ਼ਾ ਖੜਾ ਸੀ। ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਕੱਲ੍ਹ ਜ਼ਿਕਰ ਕੀਤਾ ਸੀ ਕਿ ਲਾਵਾਰਸ ਜਿਪਸਮ ਦੀਆਂ ਬੋਰੀਆਂ ਦੇ ਵਿੱਚੋਂ ਹਜ਼ਾਰਾਂ ਕਰੋੜਾਂ ਰੁਪਏ ਦੀ ਡਰੱਗ ਮਿਲੀ ਸੀ। ਹੁਣ ਇਹ ਆਟੋ ਰਿਕਸ਼ਾ ਵੀ ਲਾਵਾਰਸ ਖੜਾ ਸੀ। ਇਹਦੇ ਵਿੱਚੋਂ 19 ਬੰਬ ਮਿਲੇ ਨੇ, ਇੱਕ ਪਿਸਤੌਲ ਮਿਲਿਆ, ਕਾਰਤੂਸ ਬਰਾਮਦ ਹੋਏ ਹੈ ਅਤੇ ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਉਹਨਾਂ ਨੂੰ ਕੋਈ ਗੁਪਤ ਸੂਚਨਾ ਮਿਲੀ, ਜਿਸ ਦੇ ਆਧਾਰ ਤੇ ਉਹਨਾਂ ਨੇ ਕਾਰਵਾਈ ਕੀਤੀ ਤੇ ਛਾਪਾਮਾਰੀ ਕੀਤੀ ਅਤੇ ਲਾਵਾਰਸ ਆਟੋ ਰਿਕਸ਼ਾ ਦੇ ਵਿੱਚੋਂ ਆ ਸਾਰਾ ਕੁਝ ਉਹਨਾਂ ਨੂੰ ਮਿਲ ਗਿਆ। ਇਹ ਬੰਬ ਵੀ, ਇਹ ਹਥਿਆਰ ਵੀ, ਸਾਰਾ ਕੁਝ ਆਟੋ ਰਿਕਸ਼ਾ ਦੇ ਅੰਦਰ ਇੱਕ ਬੈਗ ਵਿੱਚ ਲੁਕੋ ਕੇ ਰੱਖਿਆ ਹੋਇਆ ਸੀ। ਹੁਣ ਕਿਹਨੇ ਰੱਖਿਆ, ਕਿਉਂ ਰੱਖਿਆ, ਕਦੋਂ ਰੱਖਿਆ, ਇਹ ਗੱਲ ਤਾਂ ਨਹੀਂ ਹਾਲੇ ਸਾਫ਼ ਹੋ ਸਕੀ। ਪਰ ਇਹਨਾਂ ਸਾਰੇ ਪਹਿਲੂਆਂ ਦੇ ਉੱਤੇ ਜਾਂਚ ਕੀਤੀ ਜਾ ਰਹੀ ਹੈ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਤੇ ਕਿਸੇ ਅੱਤਵਾਦੀ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ਸੀ। ਇਸ ਮਾਮਲੇ ਵਿੱਚ ਹਾਲੇ ਕੋਈ ਗ੍ਰਿਫਤਾਰੀ ਵੀ ਨਹੀਂ ਕੀਤੀ ਜਾ ਸਕੀ। ਪਰ ਮੁੱਢਲੀ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਆਟੋ ਰਿਕਸ਼ਾ ਨੂੰ ਇੱਕ ਵਿੱਤੀ ਕੰਪਨੀ ਨੇ ਆਪਣੇ ਗੈਰੇਜ ਦੇ ਵਿੱਚ ਪਾਰਕ ਕੀਤਾ ਹੋਇਆ ਸੀ, ਕਿਉਂਕਿ ਮਾਲਕ ਕਿਸ਼ਤਾਂ ਦਾ ਭੁਗਤਾਨ ਨਹੀਂ ਸੀ ਕਰ ਸਕਿਆ। ਪੁਲਿਸ ਹੁਣ ਉਸ ਇਲਾਕੇ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਦੇਖ ਰਹੀ ਹੈ ਅਤੇ ਗੈਰਾਜ ਦੇ ਕੋਲ ਇੱਕ ਤਾਲੀ ਪੱਲੀ ਨਾਂ ਦਾ ਕਲੱਬ ਵੀ ਹੈ। ਕਲੱਬ ਦੇ ਜਿਹੜੇ CCTV ਕੈਮਰੇ ਲੱਗੇ ਹੋਏ ਨੇ, ਉਹ ਫੁਟੇਜ ਕਬਜ਼ੇ ਵਿੱਚ ਲੈ ਲਈ ਗਈ ਹੈ। ਤੇ ਇਹ ਵੀ ਪਤਾ ਲੱਗਿਆ ਕਿ 4 ਦਿਨ ਪਹਿਲਾਂ ਤੜਕੇ ਦੇ ਕਰੀਬ 3 ਵਜੇ ਮੋਟਰਸਾਈਕਲ ਤੇ ਕੁਝ ਸਵਾਰ ਉੱਥੇ ਨੌਜਵਾਨ ਆਏ ਸੀ ਅਤੇ ਆਟੋ ਰਿਕਸ਼ਾ ਤੱਕ ਉਹ ਪਹੁੰਚਦੇ ਆ ਤੇ ਉੱਥੇ ਇੱਕ ਬੈਗ ਰੱਖ ਕੇ ਚਲੇ ਜਾਂਦੇ ਆ। ਹੁਣ ਇਹ ਪਤਾ ਲਗਾਇਆ ਜਾ ਰਿਹਾ ਕਿ ਪੁਲਿਸ ਇਹ ਜਾਂਚ ਪਹਿਲੂ ਤੇ ਕਰ ਰਹੀ ਹੈ ਕਿ ਉਹ ਬੈਗ ਰੱਖਣ ਵਾਲੇ ਕੌਣ ਸੀ ਅਤੇ ਬੈਗ ਰੱਖਣ ਲਈ ਉਹਨਾਂ ਨੂੰ ਕਿਹਨੇ ਭੇਜਿਆ ਹੋਵੇਗਾ। ਪਰ ਕਿਸੇ ਅਣਸੁਖਾਵੀ ਘਟਨਾ ਤੋਂ ਪਹਿਲਾਂ ਇਹ ਸੁਰਾਗ ਮਿਲਣ ਤੋਂ ਬਾਅਦ ਸਭ ਕੁਝ ਕਾਬੂ ਕਰ ਲਿਆ ਗਿਆ ਹੈ। ਤੇ ਅਗਲੀ ਜਿਹੜੀ ਖਬਰ ਆ, ਉਹ ਪੰਜਾਬ ਦੇ ਕੁਝ ਇੱਕ ਆਗੂ, ਭਾਵੇਂ ਉਹ ਸਿਆਸੀ ਨੇ, ਸਮਾਜਿਕ ਨੇ, ਧਾਰਮਿਕ ਨੇ, ਉਹਨਾਂ ਨੂੰ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਤੋਂ ਝਟਕਾ ਦਿੱਤਾ ਹੈ। ਤੁਹਾਨੂੰ ਯਾਦ ਹੋਣਾ ਕਿ ਪਹਿਲਾਂ ਵੀ ਬਹੁਤ ਸਾਰਿਆਂ ਦਾ ਸੁਰੱਖਿਆ ਘੇਰਾ ਘਟਾ ਦਿੱਤਾ ਸੀ ਤੇ ਹੁਣ ਇੱਕ ਵਾਰੀ ਫੇਰ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ 184 ਸਿਆਸੀ, ਸਮਾਜਿਕ ਤੇ ਧਾਰਮਿਕ ਆਗੂਆਂ ਦੀ ਸੁਰੱਖਿਆ ਘੇਰਾ ਜਿਹੜਾ ਉਹਦੇ ਤੇ ਕੈਂਚੀ ਫੇਰ ਦਿੱਤੀ ਹੈ। ਇਹਨਾਂ ਵਿੱਚ ਕੁਝ ਸਾਬਕਾ ਮੰਤਰੀ ਵੀ ਨੇ, ਕੁਝ ਸਾਬਕਾ ਵਿਧਾਇਕ ਵੀ ਨੇ, ਕੁਝ ਸਮਾਜਿਕ ਤੇ ਧਾਰਮਿਕ ਆਗੂ ਵੀ ਦੱਸੇ ਜਾ ਰਹੇ ਨੇ। ਇਸ ਸੰਬੰਧੀ ਆਦੇਸ਼ ADGP ਸੁਰੱਖਿਆ ਨੇ ਜਾਰੀ ਕਰ ਦਿੱਤੇ ਹੈ ਤੇ ਜਾਰੀ ਹੁਕਮਾਂ ਦੇ ਵਿੱਚ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਜਿਨ੍ਹਾਂ ਨੂੰ ਅਦਾਲਤੀ ਹੁਕਮਾਂ ਤਹਿਤ ਸੁਰੱਖਿਆ ਮਿਲੀ ਹੋਈ ਹੈ, ਉਹਨਾਂ ਦੀ ਸੁਰੱਖਿਆ ਵਾਪਸ ਨਹੀਂ ਲਈ ਜਾਏਗੀ। ਜਿਨ੍ਹਾਂ ਲੋਕਾਂ ਦੀ ਸੁਰੱਖਿਆ ਵਾਪਸ ਲਈ ਗਈ ਹੈ, ਉਹਨਾਂ ਦੇ ਵਿੱਚ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ, ਸੁੱਚਾ ਸਿੰਘ ਛੋਟੇਪੁਰ, ਜਨਵੇਜਾ ਸਿੰਘ ਸੇਖੋਂ, ਬੀਬੀ ਜਗੀਰ ਕੌਰ, ਮਦਨ ਮੋਹਨ ਮਿੱਤਲ, ਗੁਲਜ਼ਾਰ ਸਿੰਘ ਰਣੀਕੇ, ਤੋਤਾ ਸਿੰਘ, ਸੰਤੋਸ਼ ਚੌਧਰੀ ਤੇ ਕਈ ਹੋਰ ਸਾਬਕਾ ਵਿਧਾਇਕ ਜਿਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਉਹਨਾਂ 'ਚ ਹੋਰ ਨੇ ਜਿਹੜੇ ਸੁਰਿੰਦਰਪਾਲ ਸਿੰਘ ਸਿਬੀਆ, ਵਿਰਸਾ ਸਿੰਘ ਵਲਟੋਹਾ, ਰਣਜੀਤ ਸਿੰਘ ਤਲਵੰਡੀ, ਮੋਹਿੰਦਰ ਸਿੰਘ ਰਣਵਾ, ਅਜੀਤ ਸਿੰਘ ਮੋਫਰ, KD ਭੰਡਾਰੀ ਅਤੇ ਕੁਝ ਹੋਰ ਵੀ ਨੇ। ਇਹਨਾਂ ਤੋਂ ਇਲਾਵਾ ਇਹ ਵੀ ਖਬਰ ਦਿੱਤੀ ਗਈ ਹੈ
ਕਿ ਸਾਬਕਾ ਮੁੱਖ ਮੰਤਰੀਆਂ ਅਤੇ ਕੁਝ ਹੋਰ ਮੰਤਰੀਆਂ ਦੇ ਪਰਿਵਾਰਾਂ ਦੀ ਸੁਰੱਖਿਆ ਵੀ ਵਾਪਸ ਲੈ ਲਈ ਗਈ ਹੈ। ਇਹਨਾਂ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਿੰਦਰ ਸਿੰਘ, ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਦੀ ਘਰਵਾਲੀ ਚਰਨਜੀਤ ਕੌਰ ਬਾਜਵਾ, ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਉਦੇਵੀਰ ਸਿੰਘ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪੁੱਤਰ ਅਰਜਨ ਬਾਦਲ ਦੀ ਸੁਰੱਖਿਆ ਵੀ ਵਾਪਸ ਲੈ ਲਈ ਗਈ ਹੈ। ਵੱਖ-ਵੱਖ ਸਿਆਸੀ, ਧਾਰਮਿਕ ਤੇ ਸਮਾਜਿਕ ਆਗੂਆਂ ਦੇ ਸੁਰੱਖਿਆ ਘੇਰੇ ਤੇ ਕੈਂਚੀ ਫੇਰ ਦਿੱਤੀ ਗਈ। ਉਹਦੇ ਤੋਂ ਬਾਅਦ ਯੂਥ ਕਾਂਗਰਸ ਦੇ ਪ੍ਰਧਾਨ ਨੇ ਵਰਿੰਦਰ ਢਿੱਲੋਂ, ਉਹ ਕਹਿੰਦੇ ਸਾਡੇ ਬੰਦਿਆਂ ਦੀ ਤਾਂ ਸੁਰੱਖਿਆ ਵਾਪਸ ਲਈ ਜਾ ਰਹੀ ਹੈ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਮੰਤਰੀਆਂ ਨੂੰ ਕਮਾਂਡੋ ਕਿਉਂ ਦੇ ਰਹੀ ਹੈ, ਪਾਇਲਟ ਗੱਡੀਆਂ ਕਿਉਂ ਦੇ ਰਹੀ ਹੈ? ਵਰਿੰਦਰ ਜੀ, ਜਦੋਂ ਤੁਹਾਡੀ ਸਰਕਾਰ ਹੁੰਦੀ ਸੀ ਦਿੱਤੀਆਂ ਤਾਂ ਤੁਹਾਡੀਆਂ ਵੀ ਹੋਈਆਂ ਸੀ। ਪਰ ਵਰਿੰਦਰ ਢਿੱਲੋਂ ਤਰਕ ਇਹ ਦੇ ਰਹੇ ਨੇ ਕਿ ਇਹਨਾਂ ਨੇ 1 ਮਹੀਨੇ ਦੇ ਵਿੱਚ ਇਸ ਤਰ੍ਹਾਂ ਦਾ ਕਿਹੜਾ ਕੰਮ ਕਰ ਲਿਆ ਜਿਹਦੇ ਕਰਕੇ ਇਹ ਨਵੀਂ ਸਰਕਾਰ ਦੇ ਮੰਤਰੀਆਂ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਖਤਰਾ ਹੋ ਗਿਆ। ਪਰ ਉਹਨਾਂ ਦੇ ਇਸ ਤੰਜ ਦਾ ਜਵਾਬ ਦਿੱਤਾ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ। ਉਹ ਕਹਿੰਦੇ ਜਾਂ ਤਾਂ ਇਹ ਦੱਸਣ ਕਿ ਇਹਨਾਂ ਨੇ ਇਸ ਤਰ੍ਹਾਂ ਦੇ ਕਿਹੜੇ-ਕਿਹੜੇ ਕੰਮ ਕਦੋਂ ਗਲਤ ਕੀਤੇ ਹੈ ਜਿਹਦੇ ਕਰਕੇ ਇਹਨਾਂ ਨੂੰ ਤੇ ਇਹਨਾਂ ਦੇ ਰਿਸ਼ਤੇਦਾਰਾਂ ਨੂੰ, ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਂ ਉਹਨਾਂ ਦੀ ਜਾਨ ਨੂੰ ਖਤਰਾ ਹੈ। ਉਹ ਕਹਿੰਦੇ ਜਿਹੜਾ ਸਾਡੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਪਰਿਵਾਰਾਂ ਦੇ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਵਿਰੋਧੀ ਧਿਰਾਂ ਦੇ ਵੱਲੋਂ, ਇਹ ਸਿਰਫ ਤੇ ਸਿਰਫ ਭੰਡੀ ਪ੍ਰਚਾਰ ਹੈ ਕਿ ਉਹਨਾਂ ਦੇ ਪਰਿਵਾਰਾਂ ਨੂੰ ਬਹੁਤ ਸਾਰੇ ਗਨਮੈਨ ਦੇ ਦਿੱਤੇ ਗਏ ਹੈ। ਭਾਵੇਂ ਦਿੱਤੇ ਆ ਤੇ ਭਾਵੇਂ ਨਹੀਂ ਦਿੱਤੇ, ਪਰ ਜਿਨ੍ਹਾਂ ਤੋਂ ਵਾਪਸ ਲੈ ਲਏ ਕੋਈ ਮਾੜਾ ਕੰਮ ਤਾਂ ਨਹੀਂ ਕੀਤਾ, ਕਿਉਂਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਗਨਮੈਨ ਚਾਹੀਦੇ ਹੋਣਗੇ। ਹੋ ਸਕਦਾ ਉਹਨਾਂ ਦੀ ਜਾਨ ਨੂੰ ਖਤਰਾ ਵੀ ਹੋਵੇ। ਠੀਕ ਹੈ ਭਾਈ, ਅਮੀਰ ਹੋ, ਸਰਦੇ ਪੁੱਜਦੇ ਹੋ, ਤੁਹਾਨੂੰ ਲੱਗਦਾ ਕਿ ਤੁਹਾਡੀ ਜਾਨ ਨੂੰ ਖਤਰਾ ਹੈ। ਜੇ ਇੱਕ ਪੁਲਿਸ ਮੁਲਾਜ਼ਮ ਨੂੰ ਸਰਕਾਰੀ ਖਜ਼ਾਨੇ ਦੇ ਵਿੱਚੋਂ 70,000 ਰੁਪਈਆ ਮਹੀਨਾ ਜਾ ਰਿਹਾ ਹੈ, 2 ਰੱਖਣੇ ਨੇ ਤਾਂ 70,000 ਮਹੀਨੇ ਦਾ ਭਰ ਦਿਓ, 3 ਰੱਖਣੇ 2,10,000 ਭਰ ਦਿਓ, ਲੈ ਲਓ 3 ਲੈ ਲਓ 5 ਲੈ ਲਓ। ਉਹ ਕਹਿੰਦੇ ਜਿਹੜੇ ਇਹ ਸੁਰੱਖਿਆ ਮੁਲਾਜ਼ਮ ਅਸੀਂ ਘਟਾ ਲਏ ਨੇ, ਉਧਰੋਂ ਸੱਦ ਲਏ ਨੇ, ਲੋਕਾਂ ਦੀ ਸੁਰੱਖਿਆ ਕਰਿਆ ਕਰਨਗੇ ਹੁਣ ਇਹ, ਇਹਨਾਂ ਦੀ ਨਹੀਂ। ਇਹਦੇ ਨਾਲ ਇਹ ਵੀ ਪਤਾ ਲੱਗਿਆ ਕਿ ਸਾਬਕਾ MP ਤੇ IPL ਦੇ ਸਾਬਕਾ ਪ੍ਰਧਾਨ ਰਾਜੀਵ ਸ਼ੁਕਲਾ, ਇਹਦੇ ਨਾਲ ਭਾਜਪਾ ਦੀ ਸਟਾਰ ਪ੍ਰਚਾਰਕ ਮਾਹੀ ਗਿੱਲ, ਸਾਬਕਾ DGP ਸਿਧਾਰਥ ਚੱਟੋਪਧਿਆਏ ਦੇ ਬੇਟੇ ਸਿਧਾਂਤ ਚੱਟੋਪਧਿਆਏ, ਉਹਨਾਂ ਦੀ ਸੁਰੱਖਿਆ ਵੀ ਵਾਪਸ ਲੈ ਲਈ ਗਈ ਹੈ। ਉੱਥੇ ਹੀ ਜਿਹੜੇ ਭਾਜਪਾ ਆਗੂ ਦੀ ਸੁਰੱਖਿਆ ਹਟਾਈ ਗਈ ਹੈ, ਉਹਨਾਂ ਵਿੱਚ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ, ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਰਜਿੰਦਰ ਭੰਡਾਰੀ ਅਤੇ ਰਾਜੇਸ਼ ਬੱਗਾ ਦੱਸੇ ਜਾ ਰਹੇ ਨੇ। ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਇਹਨਾਂ ਲੋਕਾਂ ਦੀ ਸੁਰੱਖਿਆ ਤੇ ਕਰੋੜਾਂ ਰੁਪਈਆ ਖਰਚ ਆ ਰਿਹਾ ਸੀ, ਜਿਸ ਤੇ ਅਸੀਂ ਐਕਸ਼ਨ ਲਿਆ। ਸਾਡਾ ਫੈਸਲਾ ਸਹੀ ਹੈ। ਇਹ ਹੁਣ ਇਧਰੋਂ ਸਰਕਾਰੀ ਕਰਮਚਾਰੀ ਮੁਲਾਜ਼ਮ ਹਟਾ ਕੇ ਲੋਕਾਂ ਦੀ ਸੁਰੱਖਿਆ ਵਾਲੇ ਪਾਸੇ ਅਸੀਂ ਝੋਕ ਦਿਆਂਗੇ ਤਾਂ ਕਿ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਉਹ ਕਰ ਸਕਣ। ਤੇ ਅਗਲੀ ਖਬਰ ਵੀ ਪੰਜਾਬ ਸਰਕਾਰ ਦੇ ਇੱਕ ਫੈਸਲੇ ਨਾਲ ਹੀ ਸੰਬੰਧਿਤ ਹੈ। ਕੱਲ ਖਬਰਾਂ ਮਿਲੀਆਂ ਅਤੇ ਬਾਜ਼ਾਰ ਪੂਰੀ ਤਰ੍ਹਾਂ ਗਰਮ ਰਿਹਾ ਕਿ ਪੰਜਾਬ ਦੇ ਵਿੱਚ ਲੋਕ ਕਰਦੇ ਕੀ ਹੈ। ਪਿੰਡਾਂ 'ਚ ਵੀ ਤੁਸੀਂ ਦੇਖਿਆ ਹੋਣਾ, ਸ਼ਹਿਰਾਂ 'ਚ ਵੀ ਤੁਸੀਂ ਦੇਖਿਆ ਹੋਣਾ ਕਿ ਜੁਗਾੜੂ ਬੜੇ ਆ ਲੋਕ। ਪੁਰਾਣੇ ਮੋਟਰਸਾਈਕਲ ਖਰੀਦ ਲਏ, ਰੇਹੜੀਆਂ ਬਣਾ ਲਈਆਂ। ਹੁਣ ਉਹ ਰੇਹੜੀਆਂ ਨੂੰ ਬੰਦ ਕਰਨ ਦੇ ਵਾਸਤੇ ਪੁਲਿਸ ਨੇ ਐਲਾਨ ਕੀਤਾ ਸੀ, ਪਰ ਸ਼ਾਮ ਹੁੰਦੇ ਹੁੰਦੇ ਮਾਮਲਾ ਭਖਦਾ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਰਾਜ਼ ਹੋ ਗਏ, ਜਿਸ ਤੋਂ ਬਾਅਦ ਪੁਲਿਸ ਨੂੰ ਆਪਣਾ ਇਹ ਫੈਸਲਾ ਵਾਪਸ ਲੈਣਾ ਪਿਆ। ਦੱਸਣਾ ਬਣਦਾ ਕਿ ਪੰਜਾਬ ਪੁਲਿਸ ਦੇ ਐਲਾਨ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਜੁਗਾੜੂ ਰੇਹੜੀਆਂ ਤੇ ਆਪਣਾ ਰੁਜ਼ਗਾਰ ਚਲਾਉਣ ਵਾਲੇ ਲੋਕ ਵੱਡੀ ਪੱਧਰ ਤੇ ਇਹਦਾ ਪ੍ਰਦਰਸ਼ਨ ਕਰਨ ਲੱਗੇ ਸੀ। ਇਸ ਪ੍ਰਦਰਸ਼ਨ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਵੀ ਆਪ ਸਰਕਾਰ ਨੂੰ ਘੇਰ ਲਿਆ ਸੀ। ਇਹਨਾਂ ਜੁਗਾੜੂ ਮੋਟਰਸਾਈਕਲ ਵਾਲਿਆਂ ਦੀਆਂ ਰੇਹੜੀਆਂ ਦੇ ਚਲਾਨ ਕੱਟੇ ਜਾਣ ਲੱਗੇ ਸੀ, ਰੋਸ ਫੈਲ ਗਿਆ ਸੀ ਤੇ ਇਸ ਪਾਬੰਦੀ ਦੇ ਫੈਸਲੇ ਨੂੰ ਲੈ ਕੇ ਸਰਕਾਰ ਤੋਂ ਲੋਕਾਂ ਵੱਲੋਂ ਬੜੇ ਸਾਰੇ ਸਵਾਲ ਪੁੱਛੇ ਜਾ ਰਹੇ ਸੀ। ਇੱਕ ਵੱਡਾ ਮੁੱਦਾ ਵਿਰੋਧੀਆਂ ਦੇ ਹੱਥ ਲੱਗ ਗਿਆ ਸੀ। ਹੁਣ ਜਾਣਕਾਰੀ ਇਹ ਮਿਲੀ ਹੈ ਕਿ ਮੁੱਖ ਮੰਤਰੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਲੋਕ ਵਿਰੋਧ ਕਰਨ ਲੱਗੇ ਨੇ, ਉਹ ਨਾਰਾਜ਼ ਹੋ ਗਏ ਤੇ ਉਹਨਾਂ ਨੇ ਟਰਾਂਸਪੋਰਟ ਵਿਭਾਗ ਤੋਂ ਰਿਪੋਰਟ ਮੰਗ ਲਈ ਤੇ ਇਸ ਫੈਸਲੇ ਦੇ ਉੱਤੇ ਪਾਬੰਦੀ ਲਗਾਉਣ ਵਾਸਤੇ ਹੁਕਮ ਜਾਰੀ ਕਰ ਦਿੱਤੇ ਹੈ। ਭਾਵੇਂ ਕਿ ਲੋਕ ਨਾਰਾਜ਼ ਹੋ ਗਏ ਹੋਣ, ਭਾਵੇਂ ਕਿ ਮੁੱਖ ਮੰਤਰੀ ਨਾਰਾਜ਼ ਹੋ ਗਏ ਹੋਣ, ਪਰ ਕੀ ਇਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਹੀਂ? ਕੀ ਮੋਟਰਸਾਈਕਲ ਸਵਾਰੀਆਂ ਢੋਣ ਵਾਸਤੇ ਜਾਂ ਮੋਟਰਸਾਈਕਲ ਆ ਜਿਹੜੇ ਕਮਰਸ਼ੀਅਲ ਕੰਮਾਂ ਦੇ ਵਾਸਤੇ ਵਰਤਿਆ ਜਾਂਦਾ ਹੈ, ਉਹਦਾ ਜੁਗਾੜ ਸੈੱਟ ਕਰਕੇ ਇੰਜ ਕਰ ਲਿਆ ਜਾਵੇ? ਤੁਹਾਨੂੰ ਯਾਦ ਹੋਣਾ ਕਿ ਲੋਕ ਅੱਗੇ ਪੀਟਰ ਰੇੜੇ ਬਣਾਉਂਦੇ ਸੀ, ਕਈ ਪਾਸੇ ਘੜੋਕਾ ਵੀ ਕਹਿੰਦੇ ਉਹਨਾਂ ਨੂੰ, ਨਾ ਕੋਈ ਨੰਬਰ ਪਲੇਟ, ਨਾ ਕੋਈ ਉਹਦਾ ਕੋਈ ਟੈਕਸ। ਐਕਸੀਡੈਂਟ ਹੋ ਜਾਂਦਾ ਸੀ, ਪਤਾ ਨਹੀਂ ਸੀ ਲੱਗਦਾ ਕਿ ਪੀਟਰ ਰੇੜੇ ਵਾਲਾ ਹੈ ਕੌਣ ਸੀ, ਛੱਡ ਕੇ ਭੱਜ ਜਾਂਦੇ ਸੀ। ਪਰ ਹੁਣ ਸਵਾਲ ਇਹ ਵੀ ਹੈ, ਠੀਕ ਹੈ ਕਿ ਇਹ ਨਜਾਇਜ਼ ਹੈ,
पर जे सिस्टम ठीक करना, लोगों को तकलीफ तो होनी है, पर सिस्टम हेठों ठीक करना शुरू ना किया जाए। पहला उपर वालों को हथ पाओ सरकार जी, उपरों हेठां नूं लैके आओ, फिर शायद ये लोग भी समझ जाणगे कि साडे इकल्लियां ते कुहाड़ा नहीं चल रहा। उपरलियां वल पहला कुहाड़ा चलिया तो फिर आ गरीबां वल आए ने, क्योंकि आख्या गया सी रोज़गार देना, रोज़गार खोना नहीं। पर सवाल ये भी है कि जिस सिस्टम ठीक करना होवे तां जिन्हां ने ये जुगाड़ बनाए हुए ने, जगाड़ू रेहड़ियां बना के रोज़गार जां अपना परिवार पाल रहे ने, उन्होंने जायज़ तां किसी तरीके नाल भी नहीं ठहराया जा सकता। पर यह है कि पहला वड्डे मगरमच्छां नूं हथ पाया जाए, फिर हेठां वालियां वल नूं कदम वधाया जाए। पर नाराज़गी पैदा हो गई सी, 2-2 हज़ार के चलान कट्टे जा रहे थे। वो कहते साडा तां रोज़गार ही यही है। इस करके भगवंत मान होरां ने यह फैसला पलट दिता है, उलट दिता है। पर फिर सवाल उत्थे ही पैदा हो गया कि वोटां दा राज है, वोटां लोकां तो पता नहीं की कुछ कह के मंगणियां पैंदियां ने, पर सिस्टम नूं जे सुधारना है तां किते ना किते तकलीफ तां होऊगी। पर हेठों ना ये सुधार उपरों शुरू किया जाए। पर नाल दी नाल एक आ बेरोज़गारां वास्ते चंगी खबर भी आ गई है। भगवंत मान दी सरकार ने पंजाब के नौजवानों को एक होर तोहफा देने का ऐलान किया है। बिजली महकमे दे विच नौकरी के चाहवानां वास्ते खुशखबरी आखी जा सकती है। पंजाब स्टेट पावर कॉरपोरेशन लिमिटेड भाव PSPCL दे वल्लों सहायक लाइनमैन दीआं लगभग 1690 असामियां कढ़ दित्तियां गईयां ने। इन्हां असामियां दे लई योग उम्मीदवार 30 अप्रैल 2022 तो बाद विभाग की वैबसाइट पर अपलाई कर सकणगे। इस संबंधी पत्र महकमे की अधिकारत वैबसाइट पर जारी कर दिता गया है। चीफ इंजीनियर के अनुसार तनख्वाह, योग्यता ते होर वेरवे की होणगे, PSPCL की वैबसाइट पर समय समय पर तुसीं विजिट करते रहो। जेकर तुसीं चाहुंदे हो कि नौकरी मिले तो उहदे उत्ते सारियां जानकारियां आउण वाले दिनां दे विच तुहानूं मिल जाणगीਆਂ। दसना बनता है कि पंजाब के मुख्य मंत्री भगवंत मान ने वादा किया सी कि पंजाब दे विचों 25,000 बेरोज़गारां नूं नौकरियां देणगीਆਂ। उन्हां दे विचों 10,000 इकल्ले पंजाब पुलिस विच भर्ती किए जाणगे। इहदे इलावा सिੱਖਿਆ विभाग दे विच भी दस्सिया उन्होंने कि 10,300, सेहत विभाग दे विच 4,837, पावरकॉम दे विच 1690, हायर एजुकेशन दे विच 997, टैक्नीकल एजुकेशन दे विच 990, पेंडू विकास दे विच 803, मैडिकल एजुकेशन दे विच 319, हाउसिंग दे विच 280, पशु पालन दे विच 250, वाटर सप्लाई 158, आबकारी 176, फूड सप्लाई दे विच 197, वाटर रिसोर्सिस दे विच 197, जेल विभाग दे विच 148, समाजक सुरक्षा दे विच 82 ਅਤੇ समाजक न्याय दे विच 45 अहुदे भरे जाणगे। कुल मिला के 25,000 बेरोज़गारां नूं रोज़गार दिता जाएगा। इहदे नाल इह भी दसना चाहुंदा है कि आप सरकार ने पंजाब दे विच 35,000 कच्चे कामिਆਂ नूं पक्के करन दा बीते दिनी वादा भी कीता सी। पर जिन्नी देर तक कानूनी प्रक्रिया नूं अपनाया नहीं जाता, जिन्नी देर तक उन्होंने पक्के नहीं किया जाता, बीते दिनी उन्हों का कार्यकाल 1 साल वास्ते, भाव उन्हों का कॉन्ट्रैक्ट 1 साल वास्ते रिन्यू कर दिता गया सी, क्योंकि नीति बनानी पऊ। उन्नी देर लिए एक्सटेंशन दे दी गई है। दसना बनता है कि पंजाब दीआं चोणां दे विच बेरोज़गारी का मुद्दा एक वड्डा मुद्दा सी। हुण सबनां दीआं नज़रां टिकीआं होईआं ने कि बेरोज़गारी नूं नत्थ पाउण दे वास्ते, पंजाब दे गभरूआं नूं, मुटियारां नूं नौकरियां देण दे वास्ते सरकार किवें कदों उपराले करदी है, कदों उन्हां दीआं आसां नूं, कदे उन्हां दीआं उम्मीदां नूं बूर पवेगा। ये तुहाडे नाल आउण वाले दिनां विच जरूर जानकारी साझी करांगे। पर आ पावरकॉम की वैबसाइट पर नज़र मारते रहो, हो सकता है 1690 दे विच तुहाडा नंबर लग जाए। अगली खबर है, सिद्धू के बयान ने चन्नी फसाता। असल दे विच मैं कल भी तुहाडे नाल खबर साझी कीती सी, पर उहदी अपडेट है। पंजाब प्रदेश कांग्रेस कमेटी के साबका प्रधान नवजोत सिंह सिद्धू ने बीते दिन आ बयान रख गया सी। बयान तो बाद साबका मुख्य मंत्री चन्नी कसूते फस गए है। अकाली दल ने सिद्धू के बयान को आधार बनाया है, उस बयान को आधार बना के मंग की है कि चन्नी माफिया चलाता रहा है। इस वास्ते ईडी और पंजाब सरकार तुरंत चन्नी को गिरफ्तार करे। तुहानूं याद होना है कि बीते दिनी जदों पहला तो एक व्यक्ति इन्हां दा खास मखास होया करदा सी, एक कवि है, उन्हें एक बयान दे दिता सी
ਕਿ ਭਾਈ ਅਰਵਿੰਦ ਕੇਜਰੀਵਾਲ ਦੇ ਖਾਲਿਸਤਾਨੀਆਂ ਨਾਲ ਸੰਬੰਧ ਨੇ। ਮੈਂ ਜਿਸ ਦਿਨ ਉਹਨਾਂ ਨੂੰ ਸੰਮਨ ਜਾਰੀ ਕੀਤੇ ਗਏ ਸੀ, ਆਓ 26 ਅਪ੍ਰੈਲ ਨੂੰ, ਮੈਂ ਉਸ ਦਿਨ ਵੀ ਆਖਿਆ ਸੀ ਕਿ ਜਿਹੜਾ ਵੀ ਕੋਈ ਬਿਆਨ ਦੇਵੇ ਉਹਨਾਂ ਦੀ ਜਵਾਬਦੇਹੀ ਤੈਅ ਕਰਨੀ ਚਾਹੀਦੀ ਹੈ, ਤਾਂ ਕਿ ਅੱਗੇ ਵਾਸਤੇ ਕੋਈ ਸੱਚਾ ਜਾਂ ਝੂਠਾ ਬਿਆਨ ਦੇਣ ਤੋਂ ਪਹਿਲਾਂ ਇੱਕ ਵਾਰ ਨਹੀਂ 1000 ਵਾਰ ਸੋਚਿਆ ਕਰਨ। ਆ ਹੁਣ ਸਿੱਧੂ ਦਾ ਬਿਆਨ, ਸਿੱਧੂ ਨੂੰ ਵੀ ਉਸ ਬਿਆਨ ਤੇ ਕੈਮਰਾ ਨਾ ਪਊ ਤੇ ਤੱਥ ਸਬੂਤ ਪੇਸ਼ ਕਰਨੇ ਪੈਣਗੇ ਕੱਲ੍ਹ ਨੂੰ ਜੇਕਰ ਕੇਸ ਚੱਲਦਾ ਹੈ। ਤੇ ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ ਦੀਆਂ ਤਾਂ ਮੁਸ਼ਕਲਾਂ ਵਧਾ ਹੀ ਦਿੱਤੀਆਂ ਨੇ। ਅਕਾਲੀ ਦਲ ਨੇ ਤਾਂ ਮੰਗ ਕਰ ਦਿੱਤੀ ਹੈ ਕਿ ਈਡੀ ਤੇ ਪੰਜਾਬ ਸਰਕਾਰ ਤੁਰੰਤ ਚੰਨੀ ਨੂੰ ਗ੍ਰਿਫਤਾਰ ਕਰੇ। ਆ ਜਿਹੜਾ ਕਰੋੜਾਂ ਰੁਪਏ ਦਾ ਘਪਲਾ ਹੋਇਆ ਹੈ, ਧੰਦਾ ਕੀਤਾ ਗਿਆ, ਇਹਦਾ ਰਾਜ ਉਗਲਵਾਇਆ ਜਾਵੇ ਚੰਨੀ ਤੋਂ। ਉਹ ਕਹਿੰਦੇ ਪੁੱਛਿਆ ਜਾਵੇ ਪੈਸਾ ਕਿਹਦੀ ਜੇਬ 'ਚ ਗਿਆ, ਇਹਦੀ ਜਾਂਚ ਪੱਕੇ ਤੌਰ ਤੇ ਯਕੀਨਨ ਹੋਣੀ ਚਾਹੀਦੀ ਹੈ। ਮੈਂ ਇੱਕ ਵਾਰੀ ਫਿਰ ਯਾਦ ਕਰਵਾ ਦਿਆਂ ਕਿ ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨੀ ਚੰਡੀਗੜ੍ਹ ਦੇ ਵਿੱਚ ਆਖ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਹਾਰ ਮਾਫੀਆ ਦੀ ਵਜ੍ਹਾ ਕਾਰਨ ਹੋਈ ਹੈ। ਉਹਨਾਂ ਇਹ ਵੀ ਆਖਿਆ ਸੀ ਕਿ ਪੰਜਾਬ ਦੇ ਵਿੱਚ ਬੀਤੇ 5 ਵਰ੍ਹਿਆਂ ਦੇ ਵਿੱਚ ਮੁੱਖ ਮੰਤਰੀ ਇਸ ਮਾਫੀਆ ਦਾ ਹਿੱਸਾ ਰਹੇ ਹੈ। ਇਸ ਬਿਆਨ ਨੂੰ ਆਧਾਰ ਬਣਾ ਲਿਆ ਅਕਾਲੀ ਦਲ ਦੇ ਬੁਲਾਰੇ ਡਾਕਟਰ ਚਰਨਜੀਤ ਸਿੰਘ ਬਰਾੜ ਨੇ। ਉਹਨਾਂ ਆਖਿਆ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਦੇ ਇਸ ਬਿਆਨ ਤੋਂ ਬਾਅਦ ਚੰਨੀ ਨੂੰ ਗ੍ਰਿਫਤਾਰ ਕੀਤਾ ਜਾਵੇ। ਚਰਨਜੀਤ ਸਿੰਘ ਬਰਾੜ ਨੇ ਇਹ ਵੀ ਆਖ ਦਿੱਤਾ ਕਿ ਸਿੱਧੂ ਦੇ ਇਸ ਬਿਆਨ ਤੋਂ ਬਾਅਦ ਲੱਗਦਾ ਕਿ ਸਾਨੂੰ ਚੰਨੀ ਦੇ ਖਿਲਾਫ ਕਿਸੇ ਹੋਰ ਸਬੂਤ ਦੀ ਜ਼ਰੂਰਤ ਨਹੀਂ, ਤੁਰੰਤ ਈਡੀ ਕਾਰਵਾਈ ਕਰੇ, ਜਾਂਚ ਕਰੇ ਕਿ 100 ਕਰੋੜ ਰੁਪਏ ਦਾ ਜਿਹੜਾ ਰੌਲਾ ਪੈ ਰਿਹਾ ਹੈ ਉਹ ਕਿਹਦੇ ਖਾਤੇ 'ਚ ਗਿਆ। ਕੀ ਉਹ ਸਿਰਫ ਪੰਜਾਬ ਦੇ ਆਗੂਆਂ ਕੋਲ ਹੀ ਹੈ ਜਾਂ ਉਹ ਕੇਂਦਰੀ ਲੀਡਰਸ਼ਿਪ ਤੱਕ ਇਹਨਾਂ ਨੇ ਪੁੱਜਦੇ ਕੀਤੇ ਹੈ? ਜੇ ਕੇਂਦਰੀ ਲੀਡਰਸ਼ਿਪ ਤੱਕ ਗਏ ਆ ਤਾਂ ਉਹਨਾਂ ਨੂੰ ਵੀ ਨਾਲ ਲਪੇਟਿਆ ਜਾਵੇ। ਉਹਨਾਂ ਨੇ ਪੁੱਛਿਆ ਕਿ ਜਿਹੜਾ ਪੈਸਾ ਕੀ ਸਿਰਫ ਪੰਜਾਬ ਦੇ ਲੋਕਾਂ ਤੱਕ ਹੀ ਗਿਆ ਜਾਂ ਇਹ ਕੇਂਦਰੀ ਲੀਡਰਸ਼ਿਪ ਤੱਕ ਵੀ ਇਹਨਾਂ ਤੱਕ ਪਹੁੰਚਿਆ। ਉਹਨਾਂ ਇਹ ਵੀ ਆਖਿਆ ਕਿ ਹੁਣ ਬਿੱਲੀ ਥੈਲਿਓਂ ਬਾਹਰ ਆ ਗਈ ਹੈ, ਤੁਰੰਤ ਜਾਂਚ ਕਰੋ, ਪੜਤਾਲ ਕਰੋ। ਇੰਨਾ ਹੀ ਨਹੀਂ, ਤੁਹਾਨੂੰ ਇਹ ਵੀ ਯਾਦ ਕਰਵਾ ਦਿਆਂ ਕਿ ਚੋਣਾਂ ਦੇ ਦੌਰਾਨ ਈਡੀ ਨੇ ਸਾਬਕਾ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਹਨੀ ਨੂੰ ਗ੍ਰਿਫਤਾਰ ਕੀਤਾ ਸੀ। ਹਨੀ ਅਤੇ ਉਹਦੇ ਟਿਕਾਣਿਆਂ ਤੋਂ 10 ਕਰੋੜ ਰੁਪਏ ਕੈਸ਼ ਬਰਾਮਦ ਹੋ ਗਿਆ ਸੀ। ਹਨੀ ਇਸ ਵਕਤ ਸਲਾਖਾਂ ਦੇ ਪਿੱਛੇ ਹੈ ਤੇ ਇਸ ਮਾਮਲੇ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਪੁੱਛ ਪੜਤਾਲ ਹੋ ਚੁੱਕੀ ਹੈ। ਹਾਲਾਂਕਿ ਚੰਨੀ ਆਖ ਰਹੇ ਹੈ ਕਿ ਉਹਨਾਂ ਦੇ ਰਿਸ਼ਤੇਦਾਰ ਨੇ ਤਾਂ ਗੜਬੜ ਕੀਤੀ ਹੋਊ, ਪਰ ਮੇਰਾ ਉਸ ਮਾਮਲੇ ਨਾਲ ਕੋਈ ਲੈਣ ਦੇਣ ਨਹੀਂ। ਪਰ ਭਰੋਸੇਯੋਗ ਸੂਤਰ ਇਹ ਦੱਸਦੇ ਆ ਕਿ ਹਨੀ ਬਦਲੀਆਂ ਵੀ ਕਰਵਾਉਂਦਾ ਸੀ, ਹਨੀ ਸੈਂਡ ਮਾਫੀਆ ਵੀ ਚਲਾਉਂਦਾ ਸੀ। ਉਹ ਨਜਾਇਜ਼ ਧੰਦਿਆਂ ਦੇ ਵਿੱਚ ਪਿਆ ਕਿਵੇਂ, ਉਹਦੇ ਕਹਿਣ ਤੇ ਬਦਲੀਆਂ ਕਿਵੇਂ ਹੋ ਜਾਂਦੀਆਂ ਸੀ, ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਲੱਗੇ ਹੋਏ ਆਲਾ ਅਧਿਕਾਰੀ ਹਨੀ ਦੀ ਗੱਲ ਕਿਉਂ ਮੰਨਦੇ ਸੀ? ਕੀ ਚਰਨਜੀਤ ਸਿੰਘ ਚੰਨੀ ਦੀਆਂ ਹਦਾਇਤਾਂ ਸੀ ਜਾਂ ਫਿਰ ਕੋਈ ਕਾਰਨ ਹੋਰ ਸੀ? ਹੁਣ ਅਕਾਲੀ ਦਲ ਕਹਿੰਦਾ ਇਹਦੀ ਜਾਂਚ ਕਰੋ ਅਤੇ ਹੁਣ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਆ। ਅਰੇ ਈਡੀ ਨੇ ਪਹਿਲਾਂ ਵੀ ਆਖ ਦਿੱਤਾ ਸੀ ਕਿ ਚਰਨਜੀਤ ਸਿੰਘ ਚੰਨੀ ਦੀ ਗ੍ਰਿਫਤਾਰੀ ਤੋਂ ਅਸੀਂ ਇਨਕਾਰ ਨਹੀਂ ਕਰ ਰਹੇ, ਪਰ ਆ ਸਿੱਧੂ ਦੇ ਬਿਆਨ ਨੇ ਬਲਦੀ ਤੇ ਤੇਲ ਪਾ ਦਿੱਤਾ ਹੈ। ਅਗਲੀ ਜਿਹੜੀ ਖਬਰ ਹੈ ਸੱਚਮੁੱਚ ਹਿਰਦਾ ਵਲੂੰਦਰਨ ਵਾਲੀ ਹੈ, ਦਿਲ ਨੂੰ ਐ ਧੂ ਜੀ ਪੈਂਦੀ ਹੈ। ਪਰ ਜਿਹਦੇ ਨਾਲ ਇਹ ਵਾਪਰਿਆ ਹੋਊਗਾ ਤੁਸੀਂ ਸੋਚ ਕੇ ਵੇਖੋ ਕਿ ਉਸ ਪਰਿਵਾਰ ਦਾ ਕੀ ਹਾਲ ਹੋਣਾ ਹੈ। ਖਬਰ ਨੂਰਪੁਰ ਬੇਦੀ ਦੇ ਇਲਾਕੇ ਦੀ ਹੈ। 20 ਵਰ੍ਹਿਆਂ ਦੀ ਇੱਕ ਬਾਲੜੀ ਜਿਸ ਨੇ ਬੱਚੀ ਨੂੰ ਜਨਮ ਦਿੱਤਾ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਪੀੜਤਾ ਦੇ ਪਿਤਾ ਦੀ ਸ਼ਿਕਾਇਤ ਤੇ ਨੂਰਪੁਰ ਬੇਦੀ ਬਲਾਕ ਦੇ ਇੱਕ ਪਿੰਡ ਦੇ ਸਾਬਕਾ ਸਰਪੰਚ ਦੇ ਖਿਲਾਫ ਜ਼ਬਰ ਜਨਾਹ ਦਾ ਮੁਕੱਦਮਾ ਦਰਜ ਕੀਤਾ ਹੈ। ਦੱਸਣਾ ਬਣਦਾ ਹੈ ਕਿ ਲੜਕੀ ਦੇ ਵੱਲੋਂ 19 ਅਪ੍ਰੈਲ ਨੂੰ ਇੱਕ ਬੱਚੀ ਨੂੰ ਜਨਮ ਦਿੱਤਾ ਗਿਆ। ਜਨਮ ਦੇਣ ਤੋਂ ਬਾਅਦ 21 ਅਪ੍ਰੈਲ ਨੂੰ ਬੱਚੀ ਦੀ ਹਾਲਤ ਵਿਗੜ ਗਈ, ਜਿਸ ਕਾਰਨ ਉਸ ਬਾਲੜੀ ਨੂੰ ਸਰਕਾਰੀ ਹਸਪਤਾਲ ਸਿੰਘਪੁਰ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ, ਜਿਸ ਤੋਂ ਬਾਅਦ ਇਸ ਮਾਮਲੇ ਦੀਆਂ ਪਰਤਾਂ ਖੁੱਲ੍ਹ ਗਈਆਂ ਨੇ। ਸਿਹਤ ਅਧਿਕਾਰੀਆਂ ਨੇ ਫਿਰ ਇਹਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਜਦੋਂ ਪੁਲਿਸ ਹਸਪਤਾਲ ਦੇ ਵਿੱਚ ਪਹੁੰਚਦੀ ਹੈ ਤਾਂ ਉੱਥੇ ਲੜਕੀ ਦੇ ਪਿਤਾ ਦੀ ਮੌਜੂਦਗੀ ਦੇ ਵਿੱਚ ਜਿਹੜੇ ਬਿਆਨ ਦਰਜ ਕੀਤੇ ਗਏ ਨੇ ਉਹ ਹੈਰਾਨੀਜਨਕ ਨੇ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਦੇ ਵਿੱਚ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹਦੇ 6 ਬੱਚੇ ਹੈ, ਉਹਦੀ ਘਰਵਾਲੀ ਦੀ ਮੌਤ ਹੋ ਚੁੱਕੀ ਹੈ ਅਤੇ ਬੀਤੇ 6 ਸਾਲਾਂ ਤੋਂ ਨਜ਼ਦੀਕੀ ਇੱਕ ਪਿੰਡ ਵਿੱਚ ਉਹ ਕਿਰਾਏ ਦੇ ਮਕਾਨ ਤੇ ਰਹਿੰਦੀ ਸੀ। ਪਰ ਕੁਝ ਕੰਮ ਪੈਣ ਦੇ ਕਾਰਨ ਤਕਰੀਬਨ 6 ਮਹੀਨੇ ਪਹਿਲਾਂ ਉਹ ਜਲੰਧਰ ਨੇੜਲੇ ਇੱਕ ਪਿੰਡ ਵਿੱਚ ਰਹਿਣ ਲੱਗ ਪਿਆ ਤੇ ਬਾਕੀ ਬੱਚੇ ਸੀ ਜਿਹੜੇ ਉਹ ਉਸੇ ਪਿੰਡ ਵਿੱਚ ਰਹਿੰਦੇ ਸੀ ਜਿੱਥੇ ਉਹ ਪਹਿਲਾਂ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸੀ। ਉਹਨਾਂ ਨੇ ਦੱਸਿਆ ਕਿ ਮੇਰਾ ਵੱਡਾ ਲੜਕਾ ਜਿਹੜਾ ਕੁਝ ਸਿੱਧਾ ਜਿਹਾ ਹੈ ਉਹ ਮੇਰੇ ਬਾਕੀ ਸਾਰੇ ਬੱਚਿਆਂ ਦੀ ਦੇਖਭਾਲ ਕਰਦਾ ਰਿਹਾ। ਤੇ ਬਿਆਨਾਂ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਫੋਨ ਕਰਨ ਤੇ ਪਤਾ ਲੱਗਿਆ ਕਿ ਉਸ ਦੀ ਕੁਆਰੀ ਧੀ ਜਿਸ ਦੀ ਉਮਰ ਤਕਰੀਬਨ 20 ਵਰ੍ਹੇ ਹੈ, ਉਹਨੇ ਇੱਕ ਬੱਚੀ ਨੂੰ ਜਨਮ ਦਿੱਤਾ ਹੈ। ਜਦੋਂ ਹਸਪਤਾਲ ਪਹੁੰਚ ਕੇ ਉਹਨੇ ਆਪਣੀ ਧੀ ਨੂੰ ਪੁੱਛਿਆ ਕਿ ਸਾਰਾ ਕੁਝ ਹੋਇਆ ਕਿਵੇਂ,
ਤਾਂ ਉਹਨੇ ਦੱਸਿਆ ਕਿ ਜਿਸ ਵਿਅਕਤੀ ਨੇ ਉਹਨਾਂ ਨੂੰ ਉਹ ਕਮਰਾ ਕਿਰਾਏ ਤੇ ਲੈ ਕੇ ਦਿੱਤਾ ਸੀ, ਉਹੀ ਉਹਨਾਂ ਨਾਲ ਘਰ ਆਉਣ ਲੱਗੇ ਤੇ ਜ਼ੋਰ ਜ਼ਬਰਦਸਤੀ ਕਰਨ ਲੱਗਿਆ, ਜਿਸ ਤੇ ਸਿੱਟੇ ਦੇ ਵਜੋਂ ਗਰਭਵਤੀ ਹੋਈ ਤੇ ਆ ਬੱਚੀ ਨੂੰ ਜਨਮ ਦਿੱਤਾ ਹੈ। ਪੁਲਿਸ ਨੇ ਇਹਨਾਂ ਬਿਆਨਾਂ ਦੇ ਆਧਾਰ ਤੇ ਪਿੰਡ ਦੇ ਇੱਕ ਸਾਬਕਾ ਸਰਪੰਚ ਦੇ ਖਿਲਾਫ ਜ਼ਬਰ ਜਨਾਹ ਦੇ ਦੋਸ਼ ਆਇਦ ਕਰ ਲਏ ਨੇ। IPC ਧਾਰਾ 376 ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਹੈ, ਪਰ ਪਤਾ ਲੱਗਿਆ ਕਿ ਉਹ ਬੰਦਾ ਗ੍ਰਿਫਤਾਰ ਹੈ। ਪਰ ਜਾਣਕਾਰੀ ਮਿਲ ਰਹੀ ਹੈ ਕਿ ਦੋਸ਼ੀ ਹਾਲੇ ਤੱਕ ਫਰਾਰ ਹੈ, ਉਹਦੀ ਗ੍ਰਿਫਤਾਰੀ ਹੋ ਨਹੀਂ ਸਕੀ। ਇਸ ਵਾਸਤੇ ਪੁਲਿਸ ਅਗਲੇਰੀ ਕਾਰਵਾਈ ਆਰੰਭ ਰਹੀ ਹੈ। ਪਰ ਹੁਣ ਤੁਸੀਂ ਦੇਖੋ ਕਿ ਸਾਨੂੰ ਤਾਂ ਸਾਡੇ ਵਿਰਸੇ 'ਚੋਂ ਇਹ ਗੱਲ ਮਿਲੀ ਹੈ ਕਿ ਜਿਹੜੀਆਂ ਓਪਰੀਆਂ ਧੀਆਂ ਭੈਣਾਂ ਨੇ, ਪਰਾਈਆਂ ਧੀਆਂ ਭੈਣਾਂ ਨੇ, ਉਹਨੂੰ ਅਸੀਂ ਆਪਣੀਆਂ ਸਮਝਣਾ। ਪਰ ਤੁਸੀਂ ਦੇਖੋ ਕਿ ਇੱਕ ਬਾਪ ਕਿਸੇ ਦੇ ਸਹਾਰੇ ਪਿੰਡ ਵਿੱਚ ਕਿਰਾਏ ਦਾ ਮਕਾਨ ਲੈ ਕੇ ਦੇ ਕੇ ਗਿਆ, ਪਰ ਉਹਦੀ ਗੈਰ ਹਾਜ਼ਰੀ ਵਿੱਚ ਜਿਹੜਾ ਮਕਾਨ ਦਵਾਉਂਦਾ ਪਿੰਡ ਦਾ ਮੋਹਤਬਰ ਬੰਦਾ ਹੈ, ਸਾਬਕਾ ਸਰਪੰਚ ਹੈ, ਜਿਹਦੇ ਉੱਤੇ ਕਥਿਤ ਦੋਸ਼ ਲੱਗੇ ਨੇ। ਵੇਖਦੇ ਹਾਂ ਕਿ ਇਹਨਾਂ ਦੋਸ਼ਾਂ ਦੇ ਵਿੱਚ ਕੀ ਕੁਝ ਸੱਚਾਈ ਹੋਰ ਨਿਕਲ ਕੇ ਸਾਹਮਣੇ ਆਉਂਦੀ ਹੈ। ਪਰ ਸੱਚਮੁੱਚ ਮਾਮਲਾ ਦਰਦਨਾਕ ਹੈ। ਅਗਲੀ ਜਿਹੜੀ ਖਬਰ ਹੈ, ਵਿੱਕੀ ਮਿੱਡੂ ਖੇੜਾ ਕਤਲ ਦੇ ਨਾਲ ਸੰਬੰਧਿਤ ਖਬਰ ਹੈ। ਤੁਹਾਨੂੰ ਸ਼ਾਇਦ ਯਾਦ ਹੋਣਾ ਹੈ ਕਿ ਕੁਝ ਸਮਾਂ ਪਹਿਲਾਂ ਯੂਥ ਅਕਾਲੀ ਆਗੂ ਬਿਕਰਮਜੀਤ ਸਿੰਘ ਵਿੱਕੀ ਮਿੱਡੂ ਖੇੜਾ ਦਾ ਕਤਲ ਹੋ ਗਿਆ ਸੀ ਤੇ ਉਸ ਕਤਲ ਦੇ ਵਿੱਚ, ਉਸ ਮਾਮਲੇ ਦੇ ਵਿੱਚ ਲਗਾਤਾਰ ਪਰਤਾਂ ਖੁੱਲ੍ਹ ਰਹੀਆਂ ਨੇ। ਇਸ ਸੰਬੰਧੀ ਬਕਾਇਦਾ ਬਿਕਰਮਜੀਤ ਸਿੰਘ ਵਿੱਕੀ ਮਿੱਡੂ ਖੇੜਾ ਦੇ ਭਰਾ ਅਜੇਪਾਲ ਮਿੱਡੂ ਖੇੜਾ ਦੇ ਵੱਲੋਂ ਮੋਹਾਲੀ ਦੇ SSP ਨੂੰ ਇੱਕ ਚਿੱਠੀ ਲਿਖ ਕੇ ਮੰਗ ਕੀਤੀ ਗਈ ਹੈ ਕਿ ਉਹਦੇ ਭਰਾ ਵਿੱਕੀ ਮਿੱਡੂ ਖੇੜਾ ਦੇ ਕਤਲ ਦੇ ਮਾਮਲੇ ਦੇ ਵਿੱਚ ਇੱਕ ਗਾਉਣ ਵਾਲਾ ਹੈ, ਗਾਉਣ ਦੇ ਮੈਨੇਜਰ ਸ਼ਗਨਪ੍ਰੀਤ ਸਿੰਘ ਪੁੱਤਰ ਸੁਦਾਗਰ ਸਿੰਘ ਅਤੇ ਇਸ ਮਾਮਲੇ ਵਿੱਚ ਜਿਹੜੇ 3 ਸ਼ੂਟਰ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਹੈ, ਉਹਨਾਂ ਦੀਆਂ ਸਾਰੀਆਂ ਕਾਲ ਡਿਟੇਲਸ ਕੱਢੀਆਂ ਜਾਣ, ਮੋਬਾਈਲ ਲੋਕੇਸ਼ਨਾਂ ਕੱਢੀਆਂ ਜਾਣ, ਮੋਬਾਈਲ ਦਾ ਸਾਰਾ ਡਾਟਾ ਜਿਹੜਾ ਸੁਰੱਖਿਅਤ ਰੱਖਿਆ ਜਾਵੇ, ਕਿਉਂਕਿ ਕਹਿੰਦੇ ਸਾਰੇ ਆਪਸ ਦੇ ਵਿੱਚ ਰਲੇ ਮਿਲੇ ਨੇ ਗੋਲੇ ਕਬੂਤਰ। ਅਜੇਪਾਲ ਸਿੰਘ ਮਿੱਡੂ ਖੇੜਾ ਨੇ ਕਿਹਾ ਕਿ ਇਹਨਾਂ 3 ਸ਼ੂਟਰਾਂ ਤੋਂ ਇਲਾਵਾ ਇੱਕ ਚੌਥਾ ਵਿਅਕਤੀ ਵੀ ਹੈ। ਉਹ ਚੌਥੇ ਵਿਅਕਤੀ ਦੀ ਉਹ ਕਹਿੰਦੇ ਹਾਲੇ ਪਛਾਣ ਨਹੀਂ ਹੋ ਸਕੀ, ਉਹਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਤੇ ਚੌਥੇ ਵਿਅਕਤੀ ਦਾ ਨਾਮ ਵੀ ਉਹ ਕਹਿੰਦੇ ਸਾਹਮਣੇ ਆਉਣਾ ਚਾਹੀਦਾ ਤਾਂ ਕਿ ਪਤਾ ਲੱਗੇ ਕਿ ਹੈ ਕੌਣ, ਤਾਂ ਜੋ ਇਸ ਮਾਮਲੇ ਦੇ ਵਿੱਚ ਸਾਨੂੰ, ਸਾਡੇ ਪਰਿਵਾਰ ਨੂੰ ਇਨਸਾਫ ਮਿਲ ਸਕੇ। ਉਹਨਾਂ ਨੇ ਕਿਹਾ ਕਿ ਵਿਕਰਮਜੀਤ ਸਿੰਘ ਵਿੱਕੀ ਮਿੱਡੂ ਖੇੜਾ ਦੇ ਮਾਮਲੇ ਦੇ ਵਿੱਚ ਥਾਣਾ ਮਟੌਰ ਮੋਹਾਲੀ ਦੇ ਵਿੱਚ ਧਾਰਾ 334 IPC ਅਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਜੇਪਾਲ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਉਹ ਆਪਣੇ ਆਖਰੀ ਸਾਹਾਂ ਤੱਕ ਪੈਰਵੀ ਕਰਦੇ ਰਹਿਣਗੇ। ਅਜੇਪਾਲ ਮਿੱਡੂ ਖੇੜਾ ਨੇ ਕਿਹਾ ਕਿ 3 ਸ਼ੂਟਰਾਂ ਨੂੰ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਮੋਹਾਲੀ ਪੁਲਿਸ ਨੂੰ ਪੁੱਛਗਿੱਛ ਕਰਨੀ ਜਾ ਰਹੀ ਹੈ ਅਤੇ ਇਸ ਮਾਮਲੇ ਦਾ ਉਹਨਾਂ ਨੂੰ ਹੱਲ ਨਿਕਲ ਆਉਣ ਦੀ ਉਮੀਦ ਵੀ ਹੈ। ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਜਲਦੀ ਜਿਨ੍ਹਾਂ ਨੇ ਉਹਨਾਂ ਦੇ ਭਰਾ ਨੂੰ ਕਤਲ ਕੀਤਾ ਹੈ ਉਹ ਸਲਾਖਾਂ ਪਿੱਛੇ ਹੋਣਗੇ ਤੇ ਸਾਨੂੰ ਇਨਸਾਫ ਮਿਲੇਗਾ। ਪਰ ਇੱਕ ਕਲਾਕਾਰ ਅਤੇ ਕਲਾਕਾਰ ਦਾ ਮੈਨੇਜਰ, ਇਹ ਸੱਚਮੁੱਚ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੋਹਾਲੀ ਪੁਲਿਸ ਸਭ ਕੁਝ ਦੱਸੂਗੀ। ਜੇਕਰ ਵਿੱਕੀ ਮਿੱਡੂ ਖੇੜਾ ਦੇ ਭਰਾ ਨੇ ਜਿਹੜੇ ਦੋਸ਼ ਲਾਏ ਨੇ ਕਿ ਜਿਹੜੀਆਂ ਉਹਨਾਂ ਨੂੰ ਇਤਲਾਹਾਂ ਮਿਲ ਰਹੀਆਂ ਨੇ, ਜਿਹੜੀਆਂ ਇਸ ਮਾਮਲੇ ਵਿੱਚ ਨਵੀਆਂ ਪਰਤਾਂ ਖੁੱਲ੍ਹ ਰਹੀਆਂ ਨੇ ਕਿ ਗੈਂਗਸਟਰਾਂ ਦੇ ਨਾਲ ਇਹਨਾਂ ਕਲਾਕਾਰਾਂ ਦਾ ਕੀ ਨਾਤਾ ਹੈ, ਸੱਚਮੁੱਚ ਚਿੰਤਾਜਨਕ ਹੈ। ਔਰ ਪੰਜਾਬ ਦੇ ਵਿੱਚ ਬੀਤੇ ਕੁਝ ਦਿਨਾਂ ਦੇ ਵਿੱਚ ਗੈਂਗਸਟਰਸ ਦੇ ਨਾਲ ਸੰਬੰਧਿਤ ਕਾਰਵਾਈਆਂ ਵਧੀਆਂ ਵੀ ਸੀ, ਪਰ ਹੁਣ ਬੀਤੇ ਕੁਝ ਦਿਨਾਂ ਤੋਂ ਠੰਡ ਠੰਡੌਲਾ ਹੈ। ਪਰਮਾਤਮਾ ਕਰੇ ਇਸ ਤਰ੍ਹਾਂ ਠੰਡ ਠੰਡੌਲਾ ਰਵੇ ਅਤੇ ਆਹ ਜਿਹੜੇ ਪਰਿਵਾਰਾਂ ਦੇ ਨਾਲ ਆਹ ਕਤਲੋਗਾਰਤ ਹੋਈ ਹੈ ਉਹਨਾਂ ਨੂੰ ਇਨਸਾਫ ਮਿਲੇ। ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਣਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ, ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲੈਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।